ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਪੇਸ਼ ਹਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ। ਆਸਟ੍ਰੇਲੀਆ ਦੀਆਂ 2 ਹੋਰ ਵਰਸਿਟੀਆਂ 'ਚ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ। ਫਰਜ਼ੀ ਵੀਜ਼ਾ ਅਰਜ਼ੀਆਂ ਦੇ ਮਾਮਲਿਆਂ 'ਚ ਵਾਧੇ ਕਾਰਨ ਚੁੱਕਿਆ ਗਿਆ ਕਦਮ। ਅਮਰੀਕਾ 'ਚ ਸਿਰਫ ਭਾਰਤੀਆਂ ਲਈ ਵਿਗਿਆਪਨ ਕੱਢਣ ਤੇ ਕੰਪਨੀ ਨੂੰ $25,500 ਦਾ ਜੁਰਮਾਨਾ। ਭਾਰਤੀ ਵੀਜ਼ਾ ਪ੍ਰਕਿਰਿਆ 'ਚ ਤੇਜ਼ੀ ਲਿਆਉਣਾ ਪ੍ਰਮੁੱਖ ਤਰਜੀਹ ਅਮਰੀਕਾ 'ਚ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦੇਹਾਂਤ। ਨਿਊਯਾਰਕ 'ਚ ਮਿਲੇਗੀ ਦੀਵਾਲੀ ਦੀ ਸਰਕਾਰੀ ਛੁੱਟੀ। ਵਾਈਟ ਹਾਊਸ 'ਚ ਟਰੱਕ ਵਾੜਨ ਦੀ ਕੀਤੀ ਸੀ ਕੋਸ਼ਿਸ਼, ਭਾਰਤੀ ਮੂਲ ਦਾ ਦੋਸ਼ੀ ਅਗਲੇ ਹਫ਼ਤੇ ਤੱਕ ਹਿਰਾਸਤ। ਅਮਰੀਕਾ 'ਚ ਟਰੱਕ ਨਾਲ ਟਕਰਾਈ ਸਕੂਲ ਬੱਸ, ਕਈ ਵਿਦਿਆਰਥੀਆਂ ਸਮੇਤ 18 ਲੋਕ ਜ਼ਖਮੀ। ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ 3 ਭਾਰਤੀ ਸ਼ਾਂਤੀ ਰੱਖਿਅਕ ਨੂੰ UN ਨੇ ਕੀਤਾ ਸਨਮਾਨਿਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਆਸਟ੍ਰੇਲੀਆ ਦੀਆਂ 2 ਹੋਰ ਯੂਨੀਵਰਸਿਟੀਆਂ ਨੇ ਭਾਰਤ ਦੇ ਕੁਝ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ। ਮੀਡੀਆ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਕਦਮ ਫਰਜ਼ੀ ਵੀਜ਼ਾ ਅਰਜ਼ੀਆਂ ਦੇ ਮਾਮਲਿਆਂ ਦੇ ਵਿੱਚ ਵਾਧੇ ਦੇ ਕਾਰਨ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ ਨੇ ਕੁਝ ਭਾਰਤੀ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਲਾਈ ਸੀ। ਸਿਡਨੀ ਹੈਰਾਲਡ ਦੀ ਰਿਪੋਰਟ ਅਨੁਸਾਰ ਹੁਣ ਵਿਕਟੋਰੀਆ ਦੇ ਫੈਡਰਲ ਯੂਨੀਵਰਸਿਟੀ ਤੇ ਵੈਸਟਰਨ ਸਿਡਨੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਨੇ ਪਿਛਲੇ ਹਫ਼ਤੇ ਐਜੂਕੇਸ਼ਨ ਏਜੰਟ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਭਾਰਤ ਦੇ ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਫਿਲਹਾਲ ਦਾਖਲਾ ਨਹੀਂ ਦੇਵੇਗਾ। ਅਗਲੇਰੀ ਜਾਂਚ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ ਤੇ ਹਨ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਹੋਰ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਤਜਰਬਾ ਹਾਸਲ ਕਰਨ ਲਈ ਇੱਕ ਦੂਜੇ ਕੋਲ ਭੇਜਾਂਗੇ। ਪੜ੍ਹਾਈ ਲਈ ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਸਪਾਊਸ ਵੀਜ਼ਾ ਦੀ ਸਹੂਲਤ ਵੀ ਨਹੀਂ ਮਿਲੇਗੀ। UK ਸਰਕਾਰ ਨੇ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਹੈ। ਇਸ ਫੈਸਲੇ ਨਾਲ ਪੜ੍ਹਾਈ ਲਈ UK ਜਾਣ ਵਾਲੇ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਨਾਲ ਨਹੀਂ ਲੈ ਜਾ ਸਕਣਗੇ। ਹਾਲਾਂਕਿ ਇਹ ਫੈਸਲਾ ਇਸ ਸਾਲ ਸਤੰਬਰ 'ਚ ਜਾਣ ਵਾਲੇ ਵਿਦਿਆਰਥੀਆਂ ਤੇ ਲਾਗੂ ਨਹੀਂ ਹੋਵੇਗਾ। ਇਹ ਨਿਯਮ ਉਹਨਾਂ ਵਿਦਿਆਰਥੀਆਂ ਤੇ ਲਾਗੂ ਹੋਵੇਗਾ ਜੋ ਅਗਲੇ ਸਾਲ ਜਨਵਰੀ 'ਚ UK 'ਚ ਦਾਖਲਾ ਲੈਣਗੇ। ਇਸ ਤੋਂ ਪਹਿਲਾਂ ਬ੍ਰਿਟੇਨ 'ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਸਪਾਊਸ ਵੀਜ਼ਾ ਵੀ ਦਿੱਤਾ ਜਾਂਦਾ ਸੀ। ਪੜ੍ਹਾਈ ਤੋਂ ਬਾਅਦ ਵਿਦਿਆਰਥੀ ਅਤੇ ਉਸਦੇ ਜੀਵਨ ਸਾਥੀ ਨੂੰ 2 ਸਾਲਾਂ ਦਾ ਵਰਕ ਵੀਜ਼ਾ ਵੀ ਮਿਲਦਾ ਸੀ। ਜ਼ਿਕਰ ਕਰ ਦਈਏ ਕਿ ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ UK ਦੇ ਗ੍ਰਹਿ ਸਕੱਤਰ ਸੁਵੇਲਾ ਬ੍ਰੈਵਰਮੈਨ ਨੇ ਭਾਰਤੀ ਵਿਦਿਆਰਥੀਆਂ, ਖਾਸ ਕਰਕੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਵਿੱਚ ਇਹ ਕਹਿ ਕੇ ਝਟਕਾ ਦਿੱਤਾ ਸੀ ਕਿ ਪਤੀ ਪਤਨੀ ਦੇ ਵੀਜ਼ੇ ਤੇ ਪਾਬੰਦੀ ਲਗਾਈ ਜਾ ਸਕਦੀ ਹੈ, ਕਿਉਂਕਿ UK ਵਿੱਚ ਬਹੁਤ ਸਾਰੇ ਲੋਕ ਆਉਂਦੇ ਹਨ ਜੋ ਅਜਿਹਾ ਕਰਦੇ ਹਨ। ਉਹਨਾਂ ਕੋਲ ਕੋਈ ਤਕਨੀਕੀ ਸਿੱਖਿਆ ਨਹੀਂ ਹੈ ਜਿਸ ਨਾਲ UK ਨੂੰ ਫਾਇਦਾ ਹੋਵੇ। ਦਰਅਸਲ ਬ੍ਰਿਟਿਸ਼ ਸਰਕਾਰ ਨੇ ਜਨਵਰੀ 2021 ਵਿੱਚ ਉੱਥੇ ਕੰਮ ਕਰਨ ਵਾਲਿਆਂ ਲਈ ਸਾਲਾਨਾ ਘੱਟੋ-ਘੱਟ 25,600 ਪੌਂਡ ਦੀ ਆਮਦਨ ਤੈਅ ਕੀਤੀ ਸੀ। ਪਰ ਭਾਰਤੀ ਖਾਸ ਤੌਰ ਤੇ ਪੰਜਾਬ ਦੇ ਲੋਕ ਬ੍ਰਿਟੇਨ ਪਹੁੰਚੇ ਜੋ ਖੇਤੀ ਤੋਂ ਇਲਾਵਾ ਹੌਸਪਿਟੈਲਿਟੀ ਵਿੱਚ ਕੰਮ ਕਰਦੇ ਸਨ। ਉਹਨਾਂ ਨੇ ਉੱਥੇ ਘੱਟ ਤਨਖਾਹ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਉੱਥੇ ਦਾ ਸਿਸਟਮ ਖਰਾਬ ਹੋ ਗਿਆ ਅਤੇ UK ਦੇ ਵਿੱਚ ਕੰਮ ਕਰਨ ਦੇ ਅਧਿਕਾਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਬ੍ਰਿਟੇਨ ਦੇ ਮੂਲ ਨਿਵਾਸੀਆਂ ਨੂੰ ਘੱਟ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਇਸ ਕਾਰਨ ਉੱਥੇ ਦੀ ਸਰਕਾਰ ਕਾਫੀ ਦਬਾਅ ਮਹਿਸੂਸ ਕਰ ਰਹੀ ਸੀ। ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਅਮਰੀਕਾ ਦੇ ਨਿਊ ਜਰਸੀ 'ਚ ਇੱਕ IT ਫਰਮ ਨੂੰ $25,500 ਦਾ ਜੁਰਮਾਨਾ ਲਗਾਇਆ ਗਿਆ। ਇਹ ਜੁਰਮਾਨਾ ਇਸ ਲਈ ਲਗਾਇਆ ਗਿਆ ਕਿਉਂਕਿ ਇਸ ਨੇ ਇਸ਼ਤਿਹਾਰ ਦੇ ਵਿੱਚ ਸਿਰਫ ਭਾਰਤੀ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਸਨ, ਜਿਸ ਨੂੰ ਪੱਖਪਾਤੀ ਦੱਸਿਆ ਗਿਆ ਸੀ। ਇਨਫੋਸਾਫਟ ਸੋਲਿਊਸ਼ਨ ਇੰਕ ਵੱਲੋਂ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਦੀ ਉਲੰਘਣਾ ਪਾਇਆ ਗਿਆ। ਦੋਸ਼ ਹੈ ਕਿ ਕੰਪਨੀ ਨੇ ਜੁਲਾਈ ਤੇ ਅਗਸਤ 2021 'ਚ 6 ਭੇਦਭਾਵ ਨਾਲ ਭਰੇ ਇਸ਼ਤਿਹਾਰ ਦਿੱਤੇ ਸਨ। ਨਿਆਂ ਵਿਭਾਗ ਵੱਲੋਂ ਕਿਹਾ ਗਿਆ ਕਿ ਇੱਕ ਦੇਸ਼ ਦੇ ਲੋਕਾਂ ਲਈ ਮੰਗੀ ਗਈ ਇਹ ਅਰਜ਼ੀ ਦੂਜੇ ਸਮਰਥ ਉਮੀਦਵਾਰਾਂ ਦੇ ਖਿਲਾਫ ਹੈ। ਇਹ ਉਹਨਾਂ ਨੂੰ ਮੌਕੇ ਤੋਂ ਵਾਂਝਾ ਕਰ ਰਿਹਾ ਹੈ ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ।
ਅਮਰੀਕਾ ਨੇ ਕਿਹਾ ਕਿ ਭਾਰਤੀ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨਾ ਉਸ ਦੀ ਪ੍ਰਮੁੱਖ ਤਰਜੀਹ ਹੈ ਅਤੇ ਭਾਰਤ ਵਿੱਚ ਉਸ ਦੀਆਂ ਕੌਂਸਲਰ ਟੀਮਾਂ ਵੀਜ਼ਾ ਪ੍ਰਕਿਰਿਆ ਤੇਜ਼ੀ ਨਾਲ ਪੂਰਾ ਕਰਨ ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇਸ ਮੁੱਦੇ ਤੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ਫਿਰ ਮੈਂ ਬੇਨਤੀ ਦੇ ਨਾਲ ਖਾਸ ਤੌਰ ਤੇ ਕਹਾਂਗਾ ਕਿਉਂਕਿ ਇਹ ਵੀਜ਼ਾ ਮੁੱਦੇ ਦੇ ਨਾਲ ਸੰਬੰਧਿਤ ਹੈ। ਅਸੀਂ ਸਪਸ਼ਟ ਤੌਰ ਤੇ ਮੰਨਦੇ ਹਾਂ ਕਿ ਇਹ ਵੀ ਚਿੰਤਾ ਦਾ ਵਿਸ਼ਾ ਵੀ ਹੈ ਅਤੇ ਸਾਡੀਆਂ ਕੌਂਸਲਰ ਟੀਮਾਂ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਸਖਤ ਮਿਹਨਤ ਕਰ ਰਹੀਆਂ ਹਨ। ਉਹਨਾਂ ਨੇ ਕਿਹਾ, ਇਹ ਸਾਡੀ ਸਰਕਾਰ ਲਈ ਇੱਕ ਪ੍ਰਮੁੱਖ ਤਰਜੀਹ ਹੈ ਅਤੇ ਮੈਂ ਜਾਣਦਾ ਹਾਂ ਕਿ ਇਹ ਦੇਸ਼ ਵਿੱਚ ਸਾਡੇ ਦੂਤਘਰ ਲਈ ਇੱਕ ਪ੍ਰਮੁੱਖ ਤਰਜੀਹ ਹੈ। ਦਰਅਸਲ ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਭਾਰਤ ਵਿੱਚ ਵੀਜ਼ਾ ਪ੍ਰਕਿਰਿਆ ਵਿੱਚ ਲੰਬੀ ਦੇਰੀ ਦੇ ਮੁੱਦੇ ਤੇ ਕੀ ਅਮਰੀਕਾ ਦੇ ਨਵੇਂ ਰਾਜਦੂਤ ਐਰਿਕ ਗਾਰਸੇਟੀ ਆਪਣੀ ਚੁੱਪੀ ਤੋੜਨਗੇ। खेड जगत तो बहुत ही मंदभागी खबर मिली है। अमरीका च कबड्डी प्रमोटर मनजिंदर शेरगिल का देहांत हो गया। परिवारक सूत्रों के दस्सण मुताबिक मनजिंदर शेरगिल की अचानक रात को दिल का दौरा पैण कारण मौत हो गई। पर जवानी च पुत्र की मौत नाल जिथे मापे डूंगे दुख विच हन, उत्थे ही समूचे खेड प्रेमियां, खेड क्लबां ते कैलीफोर्निया कबड्डी फैडरेशन सदमे च है। जानकारी अनुसार मनजिंदर शेरगिल अमरीका च खेड कबड्डी नूं उत्साहित करन दे नाल-नाल वख-वख समाजिक कंमां च वध चढ़ के हिस्सा पाउंदा सी। नौजवान कबड्डी प्रमोटर मनजिंदर शेरगिल दा पिछोकड़ पंजाब दे शहर बंगा नेड़े पिंड ਚੱਕ ਬਿਲਗਾ ਨਾਲ ਸੰਬੰਧਿਤ ਸੀ। ਅਮਰੀਕਾ ਦੇ ਇੱਕ ਸੰਘੀ ਜੱਜ ਨੇ ਕਿਹਾ ਕਿ ਵਾਈਟ ਹਾਊਸ ਦੇ ਨੇੜੇ ਇੱਕ ਸੁਰੱਖਿਆ ਬੈਰੀਅਰ ਵਿੱਚ ਇੱਕ ਟਰੱਕ ਟਕਰਾਉਣ ਅਤੇ ਤਾਨਾਸ਼ਾਹ ਐਡੋਲਫ ਹਿਟਲਰ ਦੀ ਤਾਰੀਫ ਕਰਨ ਦੇ ਦੋਸ਼ ਵਿੱਚ ਉਹਨਾਂ ਨੇ 19 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੂੰ ਅਦਾਲਤ ਦੇ ਵਿੱਚ ਸੁਣਵਾਈ ਸ਼ੁਰੂ ਹੋਣ ਤੱਕ ਹਿਰਾਸਤ 'ਚ ਰੱਖਿਆ ਹੈ। बुधवार को संघी अदालत दोषी साई विशिष्ट कंदूला के मामले च संखेप सुनवाई दौरान मैजिस्ट्रेट जज रोबी ने दोषी को 30 मई तक प्री ट्रायल हिरासत च रखने का फैसला सुनाया। मिसौरी के चेस्टरफील्ड के रहने वाले कंदूला ने सोमवार रात को अमरीकी राष्ट्रपति के दफ्तर के बैरीकेड में एक ट्रक मार दिता सी। टक्कर च कोई जानी नुकसान नहीं होया ते ना ही टक्कर च कोई विस्फोटक पदार्थ मिलिया सी। दस्तावेजां दे अनुसार इसने 6 महीनों च कटना की योजना बनाई सी अते उस दा टीजा व्हाइट हाउस च सत्ता ते कब्जा करना अते देश की कमान संभालना सी। कानून लागू करन वाले अधिकारियों ने कहा कि कंदूला ने एक बेरोजगार डाटा विश्लेषक वजों पेश किया अते घटना वाली थां ते व्हाइट हाउस नूं लैके धमकी भरी टिप्पणी की सी। उसने कहा सी कि वह राष्ट्रपति जो बाइडन नूं अगवा करना ते नुकसान पहुंचाना चाहता सी। अमरीका विच भारतीय मूल के लोगों के वधदे प्रभाव के मद्देनज़र हुण उत्थे दिवाली ते सरकारी छुट्टी ऐलानन दीआं तैयारियां चल रही हैं। दस दें कि यह पहल न्यूयॉर्क च हुई है, जिथे इस संबंधी न्यूयॉर्क असैंबली च प्रस्ताव पेश किया गया है, जिस तो बाद दिवाली ते छुट्टी मिलन का रस्ता साफ हो जाएगा। दिवाली के नाल इस प्रस्ताव च न्यूयॉर्क च लूनर न्यू ईयर के सरकारी छुट्टी देने की व्यवस्था की गई है। न्यूयॉर्क असैंबली के स्पीकर कार्ल हेस्टी ने बुधवार को एक बयान जारी करके इसकी पुष्टि की और कहा कि यह न्यूयॉर्क के अमीर और विभिन्नता वाले सभ्याचार को मानता देने लिए अजिहा किया जा रहा है। उन्होंने कहा इस प्रस्ताव को विधानसभा सैशन के खत्म होने तो पहला लूनर न्यू ईयर की दिवाली ते छुट्टी देने लिए मंजूरी दी जा सकती है। इस फैसले का स्कूलों के कैलेंडर से की असर पवेगा, इसकी चर्चा चल रही है। न्यूयॉर्क असैंबली का सैशन 8 जून तक चलेगा। मन्निया जा रहा है कि सैशन के अंत तक प्रस्ताव को मंजूरी मिल सकती है। इस प्रस्ताव को दिवाली डे एक्ट नामक नाम दिता गया है, जिसके तहत दिवाली की छुट्टी न्यूयॉर्क में 12वीं सरकारी छुट्टी बन जाएगा। इस नाल अमरीका दे विच रहंदे भारतीय मूल दे भाईचारे नूं बहुत फायदा होवेगा अते ओह अपने परिवार अते दोस्तां नाल दिवाली दा त्यौहार चंगी तरह मना सकणगे। न्यूयॉर्क असैंबली वूमेन जेनिफर राजकुमार अते सैनेटर जो अडाबो ने मांग की है कि न्यूयॉर्क सिटी के स्कूलों नूं दिवाली ते छुट्टी का ऐलान किया जाए। तुहानूं दस दें कि लंबे समय तो दिवाली ते सरकारी छुट्टी की मांग की जा रही सी, जो जल्द ही पूरी होने वाली है। संयुक्त राष्ट्र विच भारत की स्थायी प्रतिनिधि रुचिरा कंबोज ने पिछले साल ड्यूटी दौरान सर्वोच्च कुर्बानी देने वाले 3 भारतीय शांति रक्षकों को वीरवार को मिले सम्मान डैग हैमरस्काल्ड मैडल को प्राप्त किया। यह तमगा उन्होंने संयुक्त राष्ट्र शांति रक्षकों को दिता जाने वाला है सर्वोच्च सम्मान है, जिन्होंने असाधारण साहस, कर्तव्य प्रति समर्पण और शांति लिए कुर्बानी दे के खुद की एक वख पहचान बनाई है। पिछले साल संयुक्त राष्ट्र तहत सेवा करते हुए अपनी जान
ਜਾਨ ਗਵਾਉਣ ਵਾਲੇ 3 ਭਾਰਤੀ ਸ਼ਾਂਤੀ ਰੱਖਿਅਕ ਉਹਨਾਂ 103 ਫੌਜੀਆਂ, ਪੁਲਿਸ ਅਤੇ ਗੈਰ ਫੌਜੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਮਰਨ ਉਪਰੰਤ ਉਹਨਾਂ ਦੀ ਸੇਵਾ ਅਤੇ ਕਰਤੱਵ ਦੀ ਸਰਵਉੱਚ ਕੁਰਬਾਨੀ ਲਈ ਇੱਕ ਵਕਾਰੀ ਤਮਗੇ ਨਾਲ ਸਨਮਾਨਿਤ ਕੀਤਾ ਗਿਆ। 3 ਭਾਰਤੀਆਂ ਵਿੱਚ ਸਰਹੱਦੀ ਸੁਰੱਖਿਆ ਫੋਰਸ ਦੇ ਹੈੱਡ ਕਾਂਸਟੇਬਲ ਸ਼ਿਸ਼ੂਪਾਲ ਸਿੰਘ ਅਤੇ ਸੰਵਾਲੀ ਰਾਮ ਬਿਸ਼ਨੋਈ ਸ਼ਾਮਲ ਹਨ, ਜਿਨ੍ਹਾਂ ਨੇ ਕਾਂਗੋ ਤੇ ਲੋਕਤੰਤਰੀ ਗਣਰਾਜ ਵਿੱਚ ਸੰਗਠਨ ਸਥਿਰਤਾ ਮਿਸ਼ਨ ਨਾਲ ਕੰਮ ਕੀਤਾ ਅਤੇ ਸਾਬਰ ਤਾਹਿਰ ਅਲੀ ਇਰਾਕ ਲਈ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਵਿੱਚ ਤੈਨਾਤ ਸਨ। ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਅੰਤਰਰਾਸ਼ਟਰੀ ਦਿਵਸ ਦੇ ਮੱਦੇਨਜ਼ਰ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਕੰਬੋਜ ਨੇ ਡੈਗ ਹੈਮਰਸਕਾਲਡ ਮੈਡਲ ਪ੍ਰਾਪਤ ਕੀਤਾ। ਪਿਛਲੇ 75 ਸਾਲਾਂ ਵਿੱਚ ਸੰਯੁਕਤ ਰਾਸ਼ਟਰ ਨੇ 20 ਲੱਖ ਤੋਂ ਜ਼ਿਆਦਾ ਸ਼ਾਂਤੀ ਰੱਖਿਅਕ ਨੂੰ ਦੂਜੇ ਦੇਸ਼ਾਂ ਵਿੱਚ ਮਦਦ ਕਰਨ ਲਈ ਭੇਜਿਆ ਹੈ। ਅਮਰੀਕਾ ਵਿਖੇ ਦੱਖਣੀ ਕੈਰੋਲੀਨਾ ਵਿੱਚ ਵੀਰਵਾਰ ਨੂੰ ਇੱਕ ਸਕੂਲ ਬੱਸ ਇੱਕ ਟੈਂਕਰ ਟਰੱਕ ਨਾਲ ਟਕਰਾ ਗਈ। ਇਸ ਟੱਕਰ ਵਿੱਚ ਘੱਟੋ-ਘੱਟ 18 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ। ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਦੱਖਣੀ ਕੈਰੋਲੀਨਾ ਹਾਈਵੇ ਪੈਟਰੋਲ ਅਨੁਸਾਰ ਲੈਕਸਿੰਗਟਨ ਕਾਉਂਟੀ ਵਿੱਚ ਗਿਲਬਰਟ ਨੇੜੇ ਇੱਕ ਚੌਰਾਹੇ ਤੇ ਸ਼ਾਮ 4 ਵਜੇ ਦੇ ਕਰੀਬ ਬੱਸ ਜਦੋਂ ਟੈਂਕਰ ਨਾਲ ਟਕਰਾਈ ਤਾਂ ਇਸ ਵਿੱਚ 36 ਯਾਤਰੀ ਸਵਾਰ ਸਨ। ਹਸਪਤਾਲ ਨੇ ਦੱਸਿਆ ਕਿ ਘੱਟੋ-ਘੱਟ 17 ਬੱਚਿਆਂ ਅਤੇ ਇੱਕ ਬਾਲਗ ਨੂੰ ਇਲਾਜ ਲਈ ਲੈਕਸਿੰਗਟਨ ਮੈਡੀਕਲ ਸੈਂਟਰ ਲਿਜਾਇਆ ਗਿਆ ਹੈ। ਉਹਨਾਂ ਦੀ ਸਥਿਤੀ ਜਾਂ ਕ੍ਰੈਸ਼ ਦੇ ਕਾਰਨਾਂ ਬਾਰੇ ਕੋਈ ਤੁਰੰਤ ਜਾਣਕਾਰੀ ਨਹੀਂ ਸੀ। ਬੱਸ ਦੇ ਯਾਤਰੀ ਗਿਲਬਰਟ ਮਿਡਲ ਸਕੂਲ ਅਤੇ ਗਿਲਬਰਟ ਹਾਈ ਸਕੂਲਾਂ ਤੋਂ ਸਨ। ਗਿਲਬਰਟ ਦੱਖਣੀ ਕੈਰੋਲੀਨਾ ਦੀ ਰਾਜਧਾਨੀ ਕੋਲੰਬੀਆ ਤੋਂ ਲਗਭਗ 30 ਮੀਲ ਦੱਖਣ ਪੱਛਮ ਵਿੱਚ ਹੈ। ਟੋਰਾਂਟੋ ਦੇ ਇੱਕ ਫਿਊਨਰਲ ਹੋਮ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੌਤਾਂ ਵਿੱਚ ਹੋ ਰਿਹਾ ਵਾਧਾ ਨੌਜਵਾਨਾਂ ਨੂੰ ਦਰਪੇਸ਼ ਮਾਨਸਿਕ ਸਿਹਤ ਚੁਣੌਤੀਆਂ ਦੇ ਮੁੱਦੇ ਨੂੰ ਉਜਾਗਰ ਕਰਦਾ ਹੈ ਅਤੇ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਟੋਰਾਂਟੋ ਦੇ ਇਟੋਬਿਕੋ ਵਿੱਚ ਸਥਿਤ ਲੋਟਸ ਫਿਊਨਰਲ ਐਂਡ ਕੈਮਰੇਸ਼ਨ ਸੈਂਟਰ ਅਨੁਸਾਰ ਭਾਰਤ ਭੇਜੀਆਂ ਜਾਣ ਵਾਲੀਆਂ ਨੌਜਵਾਨ ਦੇਹਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ ਸੈਂਟਰ ਦਾ ਮੰਨਣਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਮੌਤਾਂ ਆਤਮ ਹੱਤਿਆ ਦਾ ਨਤੀਜਾ ਹਨ। ਲੋਟਸ ਫਿਊਨਰਲ ਕਈ ਸਾਲਾਂ ਤੋਂ ਭਾਰਤ ਕੌਂਸਲ ਜਨਰਲ ਜਾਂ ਭਾਈਚਾਰੇ ਦੇ ਹੋਰ ਮੈਂਬਰਾਂ ਦੀ ਬੇਨਤੀ ਤੇ ਪੂਰੇ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਦੇ ਅਵਸ਼ੇਸ਼ਾਂ ਦੇਹਾਂ ਨੂੰ ਵਾਪਸ ਭੇਜ ਰਿਹਾ ਹੈ। ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 2 ਮਾਮਲੇ ਹੋਇਆ ਕਰਦੇ ਸਨ, ਜਿਨ੍ਹਾਂ ਵਿੱਚ ਵਿਦਿਆਰਥੀ ਅਤੇ ਵਰਕ ਪਰਮਿਟ ਲੈ ਚੁੱਕੇ ਦੋਵੇਂ ਹੁੰਦੇ ਸਨ, ਪਰ ਪਿਛਲੇ ਸਾਲ ਤੋਂ ਇਹ ਗਿਣਤੀ ਦੁੱਗਣੀ ਹੋ ਚੁੱਕੀ ਹੈ। ਹੁਣ ਹਰ ਮਹੀਨੇ ਕਰੀਬ 4 ਤੋਂ 5 ਜਾਣਿਆਂ ਦੀਆਂ ਦੇਹਾਂ ਭਾਰਤ ਵਾਪਸ ਭੇਜੀਆਂ ਜਾਂਦੀਆਂ ਹਨ। ਕਿਸੇ ਮਹੀਨੇ ਤਾਂ 7 ਵੀ ਭੇਜੀਆਂ ਗਈਆਂ ਸਨ। ਭਾਰਤ ਭੇਜੀਆਂ ਗਈਆਂ ਦੇਹਾਂ ਦੇ ਸਾਲਾਨਾ ਆંકੜੇ, ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕ ਨੌਜਵਾਨ ਸਨ। ਫਿਊਨਰਲ ਹੋਮ ਦੇ ਵਰਕਰਾਂ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਲਾਸ਼ਾਂ ਦੇ ਮੌਜੂਦ ਨਿਸ਼ਾਨਾਂ ਨੂੰ ਵੇਖ ਕੇ ਬਹੁਤ ਪਰੇਸ਼ਾਨ ਹੋ ਜਾਂਦੇ ਹਨ। ਕਮਲ ਭਾਰਦਵਾਜ ਨੇ ਕਿਹਾ ਕਿ ਕਈ ਵਾਰ ਲਾਸ਼ ਦੀ ਗਰਦਨ ਉੱਪਰ ਫੰਦੇ ਦਾ ਨਿਸ਼ਾਨ ਹੁੰਦਾ ਹੈ, ਜਿਸ ਨਾਲ ਸਾਨੂੰ ਲੱਗਦਾ ਹੈ ਕਿ ਮ੍ਰਿਤਕ ਨੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ। ਹਾਲਾਂਕਿ ਫੰਦੇ ਦੇ ਨਿਸ਼ਾਨ ਹੋਰ ਘਟਨਾਵਾਂ ਕਰਕੇ ਵੀ ਹੋ ਸਕਦੇ ਹਨ, ਪਰ ਫਿਊਨਰਲ ਹੋਮ ਵਰਕਰਾਂ ਦਾ ਕਹਿਣਾ ਹੈ ਕਿ ਕਈ ਹੋਰ ਮਾਮਲਿਆਂ ਵਿੱਚ ਡੁੱਬਣ ਜਾਂ ਨਸ਼ੇ ਦੀ ਓਵਰਡੋਜ਼ ਦੇ ਲੱਛਣ ਨਜ਼ਰ ਆਉਂਦੇ ਹਨ, ਜੋ ਕਿ ਖੁਦਕੁਸ਼ੀ ਦਾ ਵੀ ਸੰਕੇਤ ਹੋ ਸਕਦੇ ਹਨ। ਅਮਰੀਕਾ ਵਿੱਚ ਲਗਭਗ 300 ਦਵਾਈਆਂ ਦੀ ਕਿੱਲਤ ਚੱਲ ਰਹੀ ਸੀ। ਇਨ੍ਹਾਂ ਵਿੱਚੋਂ ਕੁਝ ਦਵਾਈਆਂ ਜੀਵਨ ਰੱਖਿਅਕ ਵੀ ਹਨ, ਜੋ ਕੈਂਸਰ ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇੱਕ ਰਿਪੋਰਟ ਮੁਤਾਬਿਕ ਦਵਾਈਆਂ ਦੀ ਕਮੀ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ ਮੈਨੂਫੈਕਚਰਿੰਗ ਸਨੈਗ ਅਤੇ ਹੋਰ ਸਪਲਾਈ ਲੜੀ ਵਿੱਚ ਰੁਕਾਵਟ, ਮਜ਼ਬੂਤ ਖਪਤਕਾਰ ਮੰਗ ਅਤੇ ਕੁਝ ਮਾਮਲਿਆਂ ਵਿੱਚ ਡਾਕਟਰਾਂ ਵੱਲੋਂ ਓਵਰ ਪ੍ਰਿਸਕ੍ਰਿਪਸ਼ਨ ਸ਼ਾਮਲ ਹਨ। ਸਭ ਤੋਂ ਜ਼ਿਆਦਾ ਕਿੱਲਤ ਜੈਨਰਿਕ ਦਵਾਈਆਂ ਦੀ ਦੱਸੀ ਜਾ ਰਹੀ ਹੈ, ਜੋ ਬ੍ਰਾਂਡ ਨਾਂ ਵਾਲੇ ਉਤਪਾਦਾਂ ਵਿੱਚ ਬਾਜ਼ਾਰ 'ਚ 90% ਦੀ ਹਿੱਸਾ ਹੈ। ਕੈਂਸਰ ਸਰਜਨ ਅਤੇ ਐਸੋਸੀਏਟ ਪ੍ਰੋਫੈਸਰ ਡਾਕਟਰ ਨੇ ਡਾਈ ਦੀ ਕਮੀ ਬਾਰੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਦਾ ਇੱਕ ਤਰੀਕਾ ਕੰਪਨੀਆਂ ਨੂੰ ਅਜਿਹੀਆਂ ਦਵਾਈਆਂ ਦਾ ਉਤਪਾਦਨ ਕਰਨ ਲਈ ਉਤਸ਼ਾਹਿਤ ਕਰਨਾ ਹੋਵੇਗਾ ਜੋ ਜ਼ਰੂਰੀ ਤੌਰ ਤੇ ਲਾਭਦਾਇਕ ਹੋ ਸਕਦੀਆਂ ਹਨ। ਉਹਨਾਂ ਨੇ ਕਿਹਾ ਕਿ ਦਵਾਈਆਂ ਦੀ ਲਾਗਤ ਨੂੰ ਐਡਜਸਟ ਕਰਕੇ ਸਪਲਾਈ ਅਤੇ ਮੰਗ ਦੇ ਅਸੰਤੁਲਨ ਦਾ ਜਵਾਬ ਦੇਣਾ ਸੰਭਵ ਨਹੀਂ ਹੈ, ਕਿਉਂਕਿ ਦਵਾਈਆਂ ਦੇ ਮੁੱਖ ਖਰੀਦਦਾਰ ਹਸਪਤਾਲ ਹਨ, ਜੋ ਬਹੁਤ ਸਾਲਾਂ ਸਮਝੌਤਿਆਂ ਦੇ ਤਹਿਤ ਥੋਕ ਵਿੱਚ ਦਵਾਈਆਂ ਖਰੀਦਦੇ ਹਨ। ਉਹਨਾਂ ਨੇ ਕਿਹਾ ਕਿ ਕੈਂਸਰ ਇਲਾਜ ਦੌਰਾਨ ਵਰਤੀਆਂ ਜਾਣ ਵਾਲੀਆਂ ਸੰਭਾਵਿਤ ਜੀਵਨ ਰੱਖਿਅਕ ਦਵਾਈਆਂ ਦੀ ਕਮੀ ਹੈ। ਇਸ ਦਰਮਿਆਨ ਹਾਲਾਂਕਿ ਘੱਟ ਸਪਲਾਈ ਵਿੱਚ ਦਵਾਈਆਂ ਦੇ ਉਪਯੁਕਤ ਬਦਲ ਪਹਿਲਾਂ ਤੋਂ ਹੀ ਬਾਜ਼ਾਰ ਵਿੱਚ ਹੋ ਸਕਦੇ ਹਨ, ਪਰ ਉਹਨਾਂ ਨੂੰ ਜ਼ਿਆਦਾ ਆਮ ਇਲਾਜਾਂ ਦੇ ਬਦਲ ਦੇ ਰੂਪ ਵਿੱਚ ਜ਼ਰੂਰੀ ਨਹੀਂ ਮੰਨਿਆ ਜਾਂਦਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਦਫ਼ਤਰ ਅਤੇ ਰਿਹਾਇਸ਼ 10 ਡਾਊਨਿੰਗ ਸਟਰੀਟ ਦੇ ਗੇਟ ਨਾਲ ਵੀਰਵਾਰ ਨੂੰ ਇੱਕ ਕਾਰ ਟਕਰਾ ਗਈ।
ਮੈਟਰੋਪੋਲੀਟਨ ਪੁਲਿਸ ਨੇ ਇਸ ਸੰਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੈਟਰੋਪੋਲੀਟਨ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ, ਸ਼ਾਮ ਲਗਭਗ 4:20 ਤੇ ਇੱਕ ਕਾਰ ਵਾਈਟ ਹਾਲ ਦੇ ਡਾਊਨਿੰਗ ਸਟਰੀਟ ਦੇ ਗੇਟ ਨਾਲ ਟਕਰਾ ਗਈ। ਪੁਲਿਸ ਨੇ ਕਿਹਾ, ਹਥਿਆਰਬੰਦ ਅਧਿਕਾਰੀਆਂ ਨੇ ਅਪਰਾਧਿਕ ਨੁਕਸਾਨ ਅਤੇ ਖਤਰਨਾਕ ਡਰਾਈਵਿੰਗ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਘਟਨਾ ਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਜਾਂਚ ਜਾਰੀ ਹੈ। ਅਧਿਕਾਰੀ ਜਲਦ ਹੀ ਮੌਕੇ ਤੇ ਪਹੁੰਚ ਗਏ ਅਤੇ ਕੁਝ ਸਮੇਂ ਵਿੱਚ ਕਾਰਵਾਈ ਨੂੰ ਖਤਮ ਕਰਦੇ ਦੇਖਿਆ ਜਾ ਸਕਦਾ ਹੈ। ਜਾਲੀ ਡਿਜ਼ਾਈਨਰ ਕੱਪੜੇ ਘੁਟਾਲੇ ਦੇ ਮਾਸਟਰਮਾਈਂਡ ਭਾਰਤੀ ਮੂਲ ਦੇ ਆਰਿਫ ਪਟੇਲ ਨੂੰ ਵੀਰਵਾਰ ਨੂੰ ਯੂਕੇ ਵਿੱਚ ਟੈਕਸ ਧੋਖਾਧੜੀ ਦੇ ਮਾਮਲੇ ਦੇ ਵਿੱਚ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਟੇਲ ਦੇ ਕੱਪੜਿਆਂ ਅਤੇ ਮੋਬਾਈਲ ਫੋਨਾਂ ਦੇ ਧੋਖੇ ਨਾਲ ਨਿਰਯਾਤ ਦੇ ਵੈਟ ਰਿਫੰਡ ਦਾ ਦਾਅਵਾ ਕਰਕੇ 96 ਮਿਲੀਅਨ ਪੌਂਡ ਦੇ ਟੈਕਸ ਤੋਂ ਬਚਣ ਦੇ ਲਈ ਅਪਰਾਧਿਕ ਗਿਰੋਹ ਨਾਲ ਮਿਲੀ ਭਗਤ ਕਰਨ ਦਾ ਦੋਸ਼ ਸੀ। ਜੁਰਾਬਾ ਬਣਾਉਣ ਵਾਲੇ 55 ਸਾਲ ਆਰਿਫ ਪਟੇਲ ਨੂੰ ਪਿਛਲੇ ਮਹੀਨੇ ਦੋਸ਼ੀ ਪਾਇਆ ਗਿਆ ਸੀ। ਬ੍ਰਿਟੇਨ ਦੇ ਟੈਕਸ ਵਿਭਾਗ ਨੇ ਪਟੇਲ ਨੂੰ ਦੋਸ਼ੀ ਪਾਇਆ, ਜਿਸ ਨੂੰ ਦੇਸ਼ ਦੇ ਇਤਿਹਾਸ ਵਿੱਚ ਧੋਖਾਧੜੀ ਵਾਲੇ ਟੈਕਸ ਚੋਰੀ ਦੇ ਸਭ ਤੋਂ ਵੱਡੇ ਮਾਮਲਿਆਂ ਵਿੱਚੋਂ ਇੱਕ ਦੱਸਿਆ ਗਿਆ ਹੈ। ਚੈਸਟਰ ਕਰਾਊਨ ਕੋਰਟ ਵਿੱਚ 14 ਹਫ਼ਤਿਆਂ ਦੇ ਮੁਕੱਦਮੇ ਤੋਂ ਬਾਅਦ ਪਟੇਲ ਨੂੰ ਝੂਠਾ ਲੇਖਾ, ਜਨਤਕ ਮਾਲੀਆ ਨੂੰ ਧੋਖਾ ਦੇਣ ਦੀ ਸਾਜ਼ਿਸ਼, ਨਕਲੀ ਕੱਪੜੇ ਵੇਚਣ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਪਾਇਆ ਗਿਆ ਅਤੇ ਸਜ਼ਾ ਸੁਣਾਈ ਗਈ। ਰਾਇਲ ਰੈਵਨਿਊ ਐਂਡ ਕਸਟਮਜ਼ ਵਿਖੇ ਧੋਖਾਧੜੀ ਜਾਂਚ ਸੇਵਾ ਦੇ ਨਿਰਦੇਸ਼ਕ ਰਿਚਰਡ ਲਾਸ ਨੇ ਪਿਛਲੇ ਮਹੀਨੇ ਇੱਕ ਸੁਣਵਾਈ ਨੂੰ ਦੱਸਿਆ ਸੀ ਕਿ ਆਰਿਫ ਪਟੇਲ ਕਾਨੂੰਨ ਦੀ ਪਾਲਣਾ ਕਰਨ ਵਾਲੇ ਜ਼ਿਆਦਾਤਰ ਲੋਕਾਂ ਦੇ ਪੈਸੇ ਤੇ ਆਲੀਸ਼ਾਨ ਜੀਵਨ ਬਤੀਤ ਕਰਦਾ ਸੀ। ਉਸਨੇ ਕਿਹਾ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ HMRC ਅਤੇ ਸਾਡੇ ਭਾਈਵਾਲਾਂ ਨੇ ਇਸ ਗਿਰੋਹ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਮਿਲ ਕੇ ਸਖਤ ਮਿਹਨਤ ਕੀਤੀ ਹੈ। ਇਸ ਗਿਰੋਹ ਨੇ ਬ੍ਰਿਟਿਸ਼ ਸੰਪਤੀ ਦੇ 78 ਮਿਲੀਅਨ ਪੌਂਡ ਤੋਂ ਵੱਧ ਦਾ ਗਬਨ ਕੀਤਾ ਅਤੇ ਇਸ ਰਕਮ ਦੀ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਆਰਿਫ ਦੇ ਇੱਕ ਸਹਿ ਦੋਸ਼ੀ ਮੁਹੰਮਦ ਜਾਫਰ ਅਲੀ 58 ਦੁਬਈ, ਜਿਸ ਨੇ HMRC ਅਤੇ ਮਨੀ ਲਾਂਡਰਿੰਗ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ, ਨੂੰ ਵੀ ਸ਼ੁੱਕਰਵਾਰ ਨੂੰ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਯੂਕੇ ਦੁਆਰਾ ਪਿਛਲੇ ਸਾਲ ਜਾਰੀ ਕੀਤੇ ਗਏ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਵੀਜ਼ਿਆਂ ਦੀ ਸੰਖਿਆ ਵਿੱਚ ਭਾਰਤੀ ਨਾਗਰਿਕ ਸਿਖਰ ਤੇ ਹਨ। ਲੰਡਨ ਵਿੱਚ ਵੀਰਵਾਰ ਨੂੰ ਜਾਰੀ ਅਧਿਕਾਰਿਤ ਇਮੀਗ੍ਰੇਸ਼ਨ ਆંકੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਭਾਰਤੀਆਂ ਨੇ ਹਾਲੇ ਵਿੱਚ ਯੂਕੇ ਨੂੰ ਸਟੱਡੀ ਵੀਜ਼ਾ ਦਿੱਤੇ ਜਾਣ ਵਾਲੇ ਪ੍ਰਮੁੱਖ ਰਾਸ਼ਟਰੀਅਤਾ ਵਜੋਂ ਚੀਨੀ ਲੋਕਾਂ ਨੂੰ ਪਛਾੜ ਦਿੱਤਾ ਹੈ। ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਦਫ਼ਤਰ ਦੁਆਰਾ ਇਕੱਤਰ ਕੀਤੇ ਗਏ ਆਫਿਸ ਫੋਰ ਨੈਸ਼ਨਲ ਸਟੈਟਿਕਸ ਦੇ ਆંકੜਿਆਂ ਤੋਂ ਪਤਾ ਲੱਗਦਾ ਹੈ ਕਿ ਨੈਸ਼ਨਲ ਹੈਲਥ ਸਰਵਿਸ ਯਾਨੀ ਕਿ NHS ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਤੌਰ ਤੇ ਨਿਰਧਾਰਿਤ ਸਿਹਤ ਸੰਭਾਲ ਵੀਜ਼ਾ ਸਮੇਤ ਹੋਰ ਹੁਨਰਮੰਦ ਕੰਮਾਂ ਲਈ ਵੀਜ਼ਿਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ। ਇਨ੍ਹਾਂ ਵਿੱਚ ਭਾਰਤੀ ਨਾਗਰਿਕ ਸਿਖਰ ਤੇ ਹਨ। ਉਹ ਨਵੇਂ ਗ੍ਰੈਜੂਏਟ ਪੋਸਟ ਸਟੱਡੀ ਵਰਕ ਰੂਟ ਦੇ ਤਹਿਤ ਵੀਜ਼ਾ ਦਿੱਤੇ ਗਏ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਬਣਾਉਂਦੇ ਹਨ, ਜਿਸ ਵਿੱਚ 41% ਭਾਰਤੀ ਹਨ। ਬ੍ਰਿਟੇਨ ਦੇ ਗ੍ਰਹਿ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਭਾਰਤੀ ਨਾਗਰਿਕ ਕਰਮਚਾਰੀ ਸ਼੍ਰੇਣੀ ਵਿੱਚ ਵੀਜ਼ੇ ਲਈ ਸਭ ਤੋਂ ਉੱਪਰ ਸਨ, ਜੋ ਉਹਨਾਂ ਦੀ ਗ੍ਰਾਂਟ ਦਾ 1/3 ਹਿੱਸਾ ਹੈ। ਮਾਰਚ 2023 ਨੂੰ ਖਤਮ ਹੋਏ ਸਾਲ ਵਿੱਚ ਪਿਛਲੇ ਵਿਦਿਆਰਥੀਆਂ ਨੂੰ ਕੁੱਲ 92,951 ਗ੍ਰੈਜੂਏਟ ਰੂਟ ਐਕਸਟੈਂਸ਼ਨ ਦਿੱਤੇ ਗਏ ਸਨ। ਤਾਜ਼ਾ ਅੰਕੜੇ ਅਨੁਸਾਰ ਭਾਰਤੀਆਂ ਨੂੰ ਦਿੱਤੇ ਗਏ ਹੁਨਰਮੰਦ ਵਰਕਰ ਵੀਜ਼ੇ 2021-22 ਦੇ 13,390 ਤੋਂ 2022-23 ਵਿੱਚ 63% ਵੱਧ ਕੇ 21,837 ਹੋ ਗਏ ਹਨ। ਹੈਲਥਕੇਅਰ ਵੀਜ਼ਾ ਸ਼੍ਰੇਣੀ ਵਿੱਚ ਭਾਰਤੀਆਂ ਨੇ 14,485 ਤੋਂ 29,726 ਤੱਕ 105% ਦਾ ਉੱਚ ਵਾਧਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੇ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਤੇ ਕੇਂਦਰਿਤ ਇੱਕ ਨਵੀਂ ਇਮੀਗ੍ਰੇਸ਼ਨ ਪ੍ਰਣਾਲੀ ਦਾ ਐਲਾਨ ਕੀਤਾ ਸੀ। ਇਸ ਵਿੱਚ ਸਰਕਾਰ ਨੇ ਬ੍ਰਿਟਿਸ਼ ਸੰਸਥਾਵਾਂ ਵਿੱਚ ਦਾਖਲ ਲੈਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਅਧਿਕਾਰ ਦੇਣ ਦਾ ਐਲਾਨ ਕੀਤਾ ਹੈ, ਤਾਂ ਜੋ ਆਸ਼ਰਿਤ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਆਂਦਾ ਜਾ ਸਕੇ। ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਪੁਲਿਸ ਬਲ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ 13 ਸਾਲ ਦੇ 2 ਸਕੂਲੀ ਬੱਚਿਆਂ ਨੇ ਸਿਡਨੀ ਵਿੱਚ ਇੱਕ ਬਹੁ ਮੰਜ਼ਲਾ ਇਮਾਰਤ 'ਚ ਲੱਗੀ ਭਿਆਨਕ ਅੱਗ ਦੇ ਸਬੰਧ 'ਚ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। NSW ਪੁਲਿਸ ਫੋਰਸ ਦੇ ਕਾਰਜਕਾਰੀ ਸਹਾਇਕ ਕਮਿਸ਼ਨਰ ਪਾਲ ਡਨਸਟਨ ਨੇ ਸ਼ੁੱਕਰਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਨੌਜਵਾਨਾਂ ਦੇ ਇੱਕ ਸਮੂਹ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ, ਜਿਨ੍ਹਾਂ ਨੂੰ ਵੀਰਵਾਰ ਸ਼ਾਮ 4 ਵਜੇ ਤੋਂ ਤੁਰੰਤ ਬਾਅਦ ਅੱਗ ਵਾਲੀ ਥਾਂ ਤੋਂ ਭੱਜਦੇ ਦੇਖਿਆ ਗਿਆ ਸੀ। ਸਮਾਚਾਰ ਏਜੰਸੀ ਅਨੁਸਾਰ ਡਨਸਟਨ ਨੇ ਦੱਸਿਆ ਕਿ 13 ਸਾਲ ਦੇ ਮੁੰਡਿਆਂ ਨੇ ਵੀਰਵਾਰ ਦੇ ਰਾਤ 2 ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਆਤਮ ਸਮਰਪਣ ਕਰ ਦਿੱਤਾ ਅਤੇ ਹੁਣ ਪੁੱਛਗਿੱਛ ਵਿੱਚ ਪੁਲਿਸ ਦੀ ਮਦਦ ਕਰ ਰਹੇ ਹਨ। ਪੁਲਿਸ ਅਧਿਕਾਰੀ ਨੇ ਨੌਜਵਾਨਾਂ ਨੂੰ ਆਪਣੇ ਮਾਪਿਆਂ ਨਾਲ ਅੱਗੇ ਆਉਣ ਲਈ ਕਿਹਾ। ਪੁਲਿਸ ਅਧਿਕਾਰੀਆਂ ਨੇ ਕਿਹਾ, ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਅਸੀਂ ਅੱਗ ਦੌਰਾਨ ਮੌਜੂਦ ਹੋਰ 3 ਜਾਂ 4 ਹੋਰ ਨੌਜਵਾਨਾਂ ਬਾਰੇ ਜਾਣਦੇ ਹਾਂ।
ਫਾਇਰ ਐਂਡ ਰੈਸਕਿਊ NSW ਦੇ ਕਾਰਜਕਾਰੀ ਕਮਿਸ਼ਨਰ ਨੇ ਦੱਸਿਆ ਕਿ 4 ਵਜੇ ਦੇ ਕਰੀਬ ਸਰੀ ਹਿਲਜ਼ ਦੀ ਬਹੁ ਮੰਜ਼ਲਾ ਇਮਾਰਤ ਵਿੱਚ ਅੱਗ ਦੇ ਸਬੰਧ ਵਿੱਚ ਤਾਜ਼ਾ ਘਟਨਾਕ੍ਰਮ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ। ਫਿਊਟਰਲ ਨੇ ਦੱਸਿਆ ਕਿ ਅੱਗ ਵਿੱਚ ਸ਼ਾਮਲ 2 ਇਮਾਰਤਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਦੇ ਨਤੀਜੇ ਵਜੋਂ ਮਹੱਤਵਪੂਰਨ ਢਾਂਚਾ ਢਹਿ ਗਿਆ ਸੀ। ਕਾਰਜਕਾਰੀ ਕਮਿਸ਼ਨਰ ਨੇ ਦੱਸਿਆ ਕਿ ਢਹਿ ਇਮਾਰਤਾਂ ਦੇ ਮਲਬੇ ਕਾਰਨ ਅੱਗ ਨੂੰ ਬੁਝਾਉਣਾ ਕਾਫੀ ਚੁਣੌਤੀਪੂਰਨ ਹੋ ਗਿਆ ਸੀ। ਇਟਲੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਬਲਜੀਤ ਸਿੰਘ ਉਮਰ 28 ਵਜੋਂ ਹੋਈ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤ ਨੂੰ ਦਮ ਤੋੜਦਿਆਂ ਅੱਖੀਂ ਵੇਖਿਆ ਹੈ। ਜਦੋਂ ਉਸ ਨੂੰ ਥੋੜਾ ਬਿਮਾਰ ਹੋਣ ਤੇ ਐਂਬੂਲੈਂਸ ਰਾਹੀਂ ਨੇੜੇ ਹਸਪਤਾਲ ਲਿਜਾ ਰਹੇ ਸਨ ਤਾਂ ਉਸਨੇ ਰਸਤੇ ਵਿੱਚ ਚੰਗਾ ਪਾਪਾ ਆਪਣਾ ਧਿਆਨ ਰੱਖਣਾ ਕਹਿ ਕੇ ਆਖਰੀ ਸਾਹ ਲਏ। ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਫੈਲ ਗਈ ਹੈ। ਇਟਲੀ ਦੇ ਲੋਕਾਂ ਤੇ ਇੱਥੇ ਦੀਆਂ ਸਰਕਾਰਾਂ ਦੀ ਇਹ ਬਹਾਦਰੀ ਹੈ ਕਿ ਇਸ ਦੇਸ਼ ਨੂੰ ਜਿੰਨਾ ਕੁਦਰਤੀ ਕਰੋਪੀ ਨੇ ਤਬਾਹ ਕੀਤਾ, ਇਸ ਦਾ ਉਜਾੜਾ ਕੀਤਾ, ਸ਼ਾਇਦ ਹੋਰ ਕੋਈ ਦੇਸ਼ ਇਸ ਤਬਾਹੀ ਨੂੰ ਨਾ ਸਹਾਰਦਾ। ਪੂਰੀ ਦੁਨੀਆ ਜਾਣਦੀ ਹੈ ਕਰੋਨਾ ਨੇ ਕਿਸ ਹੱਦ ਤੱਕ ਇਟਲੀ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ। ਇਸ ਤੋਂ ਇਲਾਵਾ ਇਟਲੀ ਨੂੰ ਕਦੀ ਕੁਦਰਤੀ ਕਹਿਰ, ਭੂਚਾਲਾਂ, ਦਬੋਚਤਾ ਤੇ ਕਈ ਵਾਰ ਹੜ੍ਹ ਚੰਬ ਦਿੰਦੇ ਹੈ। ਇਨ੍ਹਾਂ ਕੁਦਰਤੀ ਆਫਤਾਂ ਨੇ ਵੀ ਇਟਲੀ ਦੇ ਬਾਸ਼ਿੰਦਿਆਂ ਨੂੰ ਹਿਰਦੇ ਬਲੁੰਦਰ ਵਾਲੇ ਜ਼ਖਮ ਦਿੱਤੇ ਹਨ। ਉੱਥੇ ਬਿਲੀਅਨ ਯੂਰੋ ਦਾ ਨੁਕਸਾਨ ਇਟਲੀ ਵਰਗੇ ਵਿਕਾਸਸ਼ੀਲ ਦੇਸ਼ ਦਾ ਲੱਕ ਤੋੜਦਾ ਨਜ਼ਰ ਆਉਂਦਾ ਹੈ। ਪਰ ਇਸ ਸਭ ਦੇ ਬਾਵਜੂਦ ਇਟਲੀ ਦੇ ਬਾਸ਼ਿੰਦਿਆਂ ਦੇ ਹੌਸਲੇ ਅਸਤ ਨਹੀਂ ਸਗੋਂ ਬੁਲੰਦ ਹਨ। 2-3 ਮਈ ਤੇ 16 ਤੋਂ 19 ਮਈ 2023 ਤੱਕ ਜੇ ਇਟਲੀ ਦੇ ਰੋਮਾਨਾ ਸੂਬੇ ਵਿੱਚ ਆਏ ਹੜ੍ਹ ਦੀ ਗੱਲ ਕੀਤੀ ਜਾਵੇ ਤਾਂ ਇਸ ਹੜ੍ਹਾਂ ਨੇ ਇਟਲੀ ਦੇ 17 ਲੋਕਾਂ ਦੀ ਜਾਨ ਲਈ ਹੈ ਤੇ 7 ਬਿਲੀਅਨ ਯੂਰੋ ਦਾ ਸੂਬੇ ਭਰ ਵਿੱਚ ਨੁਕਸਾਨ ਕੀਤਾ ਗਿਆ। 16 ਤੋਂ 19 ਮਈ ਤੱਕ ਹੜ੍ਹ ਦਾ ਕਹਿਰ ਜਾਰੀ ਰਿਹਾ, ਜਿਹੜਾ 15 ਲੋਕਾਂ ਦੇ ਲਈ ਯਮਯੁੱਧ ਬਣ ਕੇ ਆਇਆ। ਇਸ ਕੁਦਰਤੀ ਕਹਿਰ ਨਾਲ 50,000 ਲੋਕ ਬੇਘਰ ਹੋ ਗਏ, ਜਿਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਨੇ ਆਰਜੀ ਰਿਹਾਇਸ਼ਾਂ ਵਿੱਚ ਰੱਖਿਆ। 2 ਹਫ਼ਤਿਆਂ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ ਜਿਸ ਨੇ ਪੂਰੇ ਸੂਬੇ ਨੂੰ ਥਲ ਤੋਂ ਜਲ ਕਰ ਦਿੱਤਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਵੱਲੋਂ ਐਲਾਨੇ ਗਏ 27 ਨਵੇਂ ਉੱਚ ਅਦਾਲਤ ਦੇ ਜੱਜਾਂ ਵਿੱਚ ਇੱਕ ਭਾਰਤੀ ਅਮਰੀਕੀ ਵਕੀਲ ਵੀ ਸ਼ਾਮਲ ਹੈ। ਸਵੀਨਾ ਪੰਨੂ ਸਟੈਨਿਸਲੋਸ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਜੱਜ ਵਜੋਂ ਸੇਵਾਵਾਂ ਨਿਭਾਵੇਗੀ। ਜੱਜ ਥਾਮਸ ਡਾਕਟਰ ਜੈਫ ਦੀ ਸੇਵਾ ਮੁਕਤੀ ਨਾਲ ਇਹ ਅਹੁਦਾ ਖਾਲੀ ਹੋਇਆ ਸੀ। ਪੰਨੂ ਨੇ 2020 ਤੋਂ ਸਟੈਨਿਸਲੋਸ ਕਾਉਂਟੀ ਕਾਉਂਸਲ ਦੇ ਦਫ਼ਤਰ ਵਿੱਚ ਡਿਪਟੀ ਕਾਉਂਟੀ ਕਾਉਂਸਲ ਵਜੋਂ ਸੇਵਾ ਨਿਭਾਈ ਹੈ। 2006-2020 ਤੱਕ ਉਹਨਾਂ ਨੇ ਸਟੈਨਿਸਲੋਸ ਕਾਉਂਟੀ ਪਬਲਿਕ ਡਿਫੈਂਡਰ ਦੇ ਦਫ਼ਤਰ ਵਿੱਚ ਇੱਕ ਡਿਪਟੀ ਪਬਲਿਕ ਡਿਫੈਂਡਰ ਵਜੋਂ ਕੰਮ ਵੀ ਕੀਤਾ ਹੈ। ਉਹ 1996 ਤੋਂ 2004 ਤੱਕ ML ਸੈਰਿਨ ਵਿਖੇ ਇੱਕ ਵਕੀਲ ਸੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਕਰਨ ਤੋਂ ਬਾਅਦ ਯੂਨੀਵਰਸਿਟੀ ਆਫ ਐਬਰਡੀਨ ਸਕੂਲ ਆਫ ਲਾਅ ਤੋਂ ਮਾਸਟਰ ਆਫ ਲਾਅ ਦੀ ਡਿਗਰੀ ਹਾਸਲ ਕੀਤੀ। ਮੰਗਲ ਗ੍ਰਹਿ ਤੋਂ ਪਹਿਲੀ ਵਾਰ ਧਰਤੀ ਤੇ ਸੁਨੇਹਾ ਭੇਜਣ ਵਿੱਚ ਸਫਲਤਾ ਮਿਲ ਗਈ ਹੈ। ਇਹ ਸਿਗਨਲ ਜਾਂ ਸੁਨੇਹਾ ਯੂਰਪੀ ਸਪੇਸ ਏਜੰਸੀ ਦੇ ਐਕਸਮਾਰਸ ਟ੍ਰੇਸ ਗੈਸ ਔਰਬਿਟਰ ਵੱਲੋਂ ਭੇਜਿਆ ਗਿਆ ਹੈ, ਜਿਸ ਨੂੰ ਧਰਤੀ ਤੇ ਪਹੁੰਚਣ ਵਿੱਚ 16 ਮਿੰਟ ਲੱਗੇ। ਇਹ ਤਜਰਬਾ ਸਾਇੰਸ ਇਨ ਸਪੇਸ ਪ੍ਰੋਜੈਕਟ ਤਹਿਤ ਕੀਤਾ ਗਿਆ ਹੈ, ਜਿਸ ਦਾ ਮਕਸਦ ਇਹ ਪਤਾ ਕਰਨਾ ਹੈ ਕਿ ਜੇ ਕਿਸੇ ਹੋਰ ਗ੍ਰਹਿ ਤੋਂ ਧਰਤੀ ਤੇ ਸਿਗਨਲ ਭੇਜਿਆ ਜਾਵੇਗਾ ਤਾਂ ਉਸ ਨੂੰ ਅਸੀਂ ਰਿਸੀਵ ਕਰ ਸਕਾਂਗੇ ਜਾਂ ਨਹੀਂ। ਦੱਸਿਆ ਜਾ ਰਿਹਾ ਹੈ ਕਿ ਪੁਲਾੜ ਵਿੱਚ ਚੱਕਰ ਲਗਾ ਰਹੇ TGO ਨੂੰ 24 ਮਈ ਦੀ ਰਾਤ ਤਕਰੀਬਨ 9 ਵਜੇ ਸੁਨੇਹਾ ਮਿਲਿਆ ਅਤੇ ਇਸ ਨੂੰ ਧਰਤੀ ਤੇ ਵੈਸਟ ਵਰਜੀਨੀਆ ਦੇ ਗ੍ਰੀਨ ਬੈਂਕ ਟੈਲੀਸਕੋਪ, ਇਟਲੀ ਦੇ ਮੈਡੀਸੀਨਾ ਰੇਡੀਓ ਐਸਟ੍ਰੋਨੋਮਿਕਲ ਸਟੇਸ਼ਨ, ਕੈਲੀਫੋਰਨੀਆ ਦੇ ਐਲਨ ਟੈਲੀਸਕੋਪ ਅਤੇ ਨਿਊ ਮੈਕਸੀਕੋ ਦੇ ਵੈਰੀ ਲਾਰਜ ਏਰੇ ਵਿਖੇ ਪ੍ਰਾਪਤ ਕੀਤਾ ਗਿਆ। ਹੁਣ ਸਿਗਨਲ ਡੀਕੋਡ ਕਰਨ ਵਾਸਤੇ ਪੁਲਾੜ ਵਿਗਿਆਨੀਆਂ ਤੋਂ ਮਦਦ ਮੰਗੀ ਗਈ ਹੈ। ਉਧਰ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸਿਗਨਲ ਡੀਕੋਡ ਕਰਨ ਵਾਸਤੇ ਇੱਕ ਵੱਖਰਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ, ਪਰ ਸੁਨੇਹੇ ਦੀ ਅਸਲੀਅਤ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ। ਮੈਸੂਰ ਦੇ 18ਵੀਂ ਸਦੀ ਦੇ ਸ਼ਾਸਕ ਟਿਪੂ ਸੁਲਤਾਨ ਦੀ ਤਲਵਾਰ ਨੇ ਲੰਡਨ 'ਚ ਬੋਨ ਹਿਮਸ ਦੇ ਲਈ ਭਾਰਤੀ ਵਸਤੂਆਂ ਦੀ ਨਿਲਾਮੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਹਫ਼ਤੇ ਹੋਈ ਇਸਲਾਮਿਕ ਅਤੇ ਭਾਰਤੀ ਕਲਾ ਦੀ ਵਿਕਰੀ ਦੇ ਵਿੱਚ ਇਹ 14 ਮਿਲੀਅਨ ਵਿੱਚ ਵਿਕੀ। 1782 ਤੋਂ 1799 ਤੱਕ ਰਾਜ ਕਰਨ ਵਾਲੇ ਟਿਪੂ ਸੁਲਤਾਨ ਦੀ ਤਲਵਾਰ ਨੂੰ ਸੁਖੇਲਾ ਯਾਨੀ ਕਿ ਸੱਤਾ ਦਾ ਪ੍ਰਤੀਕ ਕਿਹਾ ਜਾਂਦਾ ਹੈ। ਇਹ ਤਲਵਾਰ ਸਟੀਲ ਦੀ ਬਣੀ ਹੋਈ ਹੈ ਅਤੇ ਇਸ ਤੇ ਸੋਨੇ ਨਾਲ ਉੱਤਮ ਨਕਾਸ਼ੀ ਕੀਤੀ ਗਈ ਹੈ। ਇਹ ਟਿਪੂ ਸੁਲਤਾਨ ਦੀ ਨਿੱਜੀ ਚੈਂਬਰ ਚੋਂ ਮਿਲੀ ਸੀ ਅਤੇ ਈਸਟ ਇੰਡੀਆ ਕੰਪਨੀ ਨੇ ਹਮਲੇ ਵਿੱਚ ਉਹਨਾਂ ਦੀ ਹਿੰਮਤ ਅਤੇ ਸਨਮਾਨ ਦੇ ਪ੍ਰਤੀਕ ਵਜੋਂ ਜਨਰਲ ਡੇਵਿਡ ਬੇਅਰਡ ਨੂੰ ਭੇਟ ਕੀਤੀ ਸੀ। ਇਸ ਹਮਲੇ 'ਚ ਟਿਪੂ ਸੁਲਤਾਨ ਮਾਰਿਆ ਗਿਆ ਸੀ, ਜਿਸ ਨੂੰ ਟਾਈਗਰ ਆਫ ਮੈਸੂਰ ਦੇ
ਨਾਲ ਜਾਣਿਆ ਜਾਂਦਾ ਹੈ। ਇਹ ਹਮਲਾ ਮਈ 1799 ਵਿੱਚ ਹੋਇਆ ਸੀ। ਬੋਨਹੇਮਸ ਦੇ ਇਸਲਾਮਿਕ ਅਤੇ ਭਾਰਤੀ ਕਲਾ ਦੇ ਮੁਖੀ ਅਤੇ ਨਿਲਾਮੀ ਕਰਨ ਵਾਲੇ ਓਲੀਵਰ ਵਾਈਟ ਨੇ ਮੰਗਲਵਾਰ ਨੂੰ ਵਿਕਰੀ ਤੋਂ ਪਹਿਲਾਂ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਇਹ ਸ਼ਾਨਦਾਰ ਤਲਵਾਰ ਟਿੱਪੂ ਸੁਲਤਾਨ ਨਾਲ ਸੰਬੰਧਿਤ ਸਾਰੇ ਹਥਿਆਰਾਂ 'ਚੋਂ ਸਭ ਤੋਂ ਵਧੀਆ ਹੈ ਜੋ ਅਜੇ ਵੀ ਨਿੱਜੀ ਹੱਥਾਂ ਵਿੱਚ ਹੈ। ਉਹਨਾਂ ਨੇ ਕਿਹਾ ਕਿ ਸੁਲਤਾਨ ਦਾ ਇਸ ਨਾਲ ਗੂੜਾ ਨਿੱਜੀ ਸੰਬੰਧ ਸੀ ਅਤੇ ਇਸ ਦਾ ਸ਼ਾਨਦਾਰ ਸ਼ਿਲਪਕਾਰੀ ਇਸ ਨੂੰ ਵਿਲੱਖਣ ਬਣਾਉਂਦੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਇਮਰਾਨ ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਤੇ ਦੇਸ਼ ਛੱਡ ਕੇ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ। ਇਮਰਾਨ ਦੇ ਨਾਲ ਉਹਨਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ 80 ਮੈਂਬਰਾਂ ਨੂੰ ਨੋ ਫਲਾਈ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਇਮਰਾਨ ਖਾਨ ਨੇ ਕਿਹਾ ਕਿ ਸੂਬੇ 'ਚ ਧਾਰਾ 245 ਲਾਗੂ ਕਰਨ ਦੇ ਸਰਕਾਰ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਦਿਆਂ ਇਸ ਨੂੰ ਅਣ-ਐਲਾਨਿਆ ਮਾਰਸ਼ਲ ਲਾਅ ਦੱਸਿਆ ਹੈ। ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 245 ਤਹਿਤ ਦੇਸ਼ ਦੀ ਰੱਖਿਆ ਲਈ ਫੌਜ ਤਾਇਨਾਤ ਕਰ ਦਿੱਤੀ ਜਾਂਦੀ ਹੈ। ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ। ਹੋਰ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ USA TV ਦੇ ਨਾਲ।